फ्रेंड्स, और वीडियोस के लिए हमारे इस चैनल को सब्सक्राइब करें और बेल आइकन को भी ज़रूर दबाएं। हेलो फ्रेंड्स, वेलकम टू माय यूट्यूब चैनल। फ्रेंड्स, ਅੱਜ ਦੀ ਵੀਡੀਓ 'ਚ ਅਸੀਂ 6 ਇੰਪੋਰਟੈਂਟ ਕੁਐਸਚਨ ਕਰਾਂਗੇ ਜੀ, ਜਿਹੜੇ ਕਿ ਐਸਐਸਟੀ ਦੇ ਮਾਸਟਰ ਕੈਡਰ ਐਗਜ਼ਾਮ ਵਿੱਚ ਆ ਸਕਦੇ ਨੇ। ਬਹੁਤ ਇੰਪੋਰਟੈਂਟ ਕੁਐਸਚਨ ਨੇ ਜੀ, ਤੇ ਇਹ ਪੰਚਾਇਤੀ ਰਾਜ ਵਿਵਸਥਾ ਨਾਲ ਸੰਬੰਧਿਤ ਕੁਐਸਚਨ ਨੇ ਜੀ, ਬਹੁਤ ਇੰਪੋਰਟੈਂਟ ਨੇ। ਜ਼ਰੂਰ ਕਰ ਲਿਓ ਇਹਨਾਂ ਨੂੰ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਤੁਸੀਂ ਹਾਲੇ ਤੱਕ ਨਹੀਂ ਕੀਤਾ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ ਜੀ। ਫਸਟ ਕੁਐਸਚਨ ਹੈ, ਭਾਰਤ ਵਿੱਚ ਪੰਚਾਇਤੀ ਰਾਜ ਵਿਵਸਥਾ ਸਭ ਤੋਂ ਪਹਿਲਾਂ ਰਾਜਸਥਾਨ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਸ਼ੁਰੂ ਕੀਤੀ ਗਈ? ਤਾਂ ਜਿਹੜੇ ਭਾਰਤ ਵਿੱਚ ਪੰਚਾਇਤੀ ਰਾਜ ਵਿਵਸਥਾ ਜਿਹੜੀ ਹੈ ਜੀ, ਸਭ ਤੋਂ ਪਹਿਲਾਂ ਰਾਜਸਥਾਨ 'ਚ ਸ਼ੁਰੂ ਹੋਈ ਸੀ, ਤੇ ਉਸ ਤੋਂ ਇਲਾਵਾ ਕਿਹੜੇ ਰਾਜ ਵਿੱਚ ਸ਼ੁਰੂ ਕੀਤੀ ਗਈ? ਤਾਂ ਇਹ ਆਪਸ਼ਨ ਹੈ ਜੀ ਹਰਿਆਣਾ, ਬੀ ਆਪਸ਼ਨ ਹੈ ਗੁਜਰਾਤ, ਸੀ ਆਪਸ਼ਨ ਹੈ ਉੱਤਰ ਪ੍ਰਦੇਸ਼, ਡੀ ਆਪਸ਼ਨ ਹੈ ਆਂਧਰਾ ਪ੍ਰਦੇਸ਼। ਤਾਂ ਰਾਜਸਥਾਨ ਤੋਂ ਇਲਾਵਾ ਹੋਰ ਕਿਹੜੇ ਰਾਜ ਵਿੱਚ ਸ਼ੁਰੂ ਕੀਤੀ ਗਈ ਸੀ ਜੀ ਪੰਚਾਇਤੀ ਰਾਜ ਵਿਵਸਥਾ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ, ਆਂਧਰਾ ਪ੍ਰਦੇਸ਼। ਠੀਕ ਹੈ ਜੀ, ਭਾਰਤ ਵਿੱਚ ਪੰਚਾਇਤੀ ਰਾਜ ਵਿਵਸਥਾ ਜਿਹੜੀ ਹੈ ਜੀ, ਸਭ ਤੋਂ ਪਹਿਲਾਂ ਰਾਜਸਥਾਨ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿੱਚ ਸ਼ੁਰੂ ਕੀਤੀ ਗਈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਪ੍ਰਣਾਲੀ ਨਿਮਨਲਿਖਤ ਵਿੱਚੋਂ ਕਿਸ ਤੇ ਆਧਾਰਿਤ ਹੈ? ਤਾਂ ਪੰਚਾਇਤੀ ਰਾਜ ਪ੍ਰਣਾਲੀ ਜਿਹੜੀ ਹੈ ਜੀ, ਉਹ ਕਿਸ ਤੇ ਆਧਾਰਿਤ ਹੈ? ਤਾਂ ਏ ਆਪਸ਼ਨ ਹੈ ਸੱਤਾ ਦੇ ਕੇਂਦਰੀਕਰਨ ਤੇ, ਬੀ ਆਪਸ਼ਨ ਹੈ ਸੱਤਾ ਦੇ ਵਿਕੇਂਦਰੀਕਰਨ ਤੇ, ਸੀ ਆਪਸ਼ਨ ਹੈ ਪ੍ਰਸ਼ਾਸਕ ਅਤੇ ਜਨਤਾ ਦੇ ਸਹਿਯੋਗ ਤੇ, ਡੀ ਆਪਸ਼ਨ ਹੈ ਉਪਰੋਕਤ ਸਾਰੇ ਹੀ। ਤਾਂ ਪੰਚਾਇਤੀ ਰਾਜ ਪ੍ਰਣਾਲੀ ਕਿਸ ਤੇ ਆਧਾਰਿਤ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਬੀ ਆਪਸ਼ਨ, ਸੱਤਾ ਦੇ ਵਿਕੇਂਦਰੀਕਰਨ ਤੇ। ਠੀਕ ਹੈ ਜੀ, ਪੰਚਾਇਤੀ ਰਾਜ ਪ੍ਰਣਾਲੀ ਸੱਤਾ ਦੇ ਵਿਕੇਂਦਰੀਕਰਨ ਤੇ ਆਧਾਰਿਤ ਹੈ। ਨੈਕਸਟ ਕੁਐਸਚਨ ਹੈ, ਸਮੁਦਾਇਕ ਵਿਕਾਸ ਕਾਰਜਕ੍ਰਮ ਦਾ ਮੁੱਖ ਉਦੇਸ਼ ਕੀ ਸੀ? ਤਾਂ ਸਮੁਦਾਇਕ ਵਿਕਾਸ ਕਾਰਜਕ੍ਰਮ ਦਾ ਮੁੱਖ ਉਦੇਸ਼ ਕੀ ਸੀ ਜੀ? ਤਾਂ ਏ ਆਪਸ਼ਨ ਹੈ ਜ਼ਰੂਰਤਮੰਦ ਨੂੰ ਪਦਾਰਥਾਂ ਅਤੇ ਸੇਵਾਵਾਂ ਦੀ ਵੰਡ, ਬੀ ਆਪਸ਼ਨ ਹੈ ਪਿਛੜੇ ਸਮੁਦਾਇ ਦੀ ਸਮੱਸਿਆਵਾਂ ਦਾ ਹੱਲ, ਸੀ ਆਪਸ਼ਨ ਹੈ ਛੂਆ-ਛੂਤ ਦਾ ਖਾਤਮਾ, ਡੀ ਆਪਸ਼ਨ ਹੈ ਵਿਕਾਸ ਵਿੱਚ ਜਨਤਾ ਦਾ ਸਹਿਯੋਗ ਸੁਨਿਸ਼ਚਿਤ ਕਰਨਾ। ਤਾਂ ਸਮੁਦਾਇਕ ਵਿਕਾਸ ਕਾਰਜਕ੍ਰਮ ਦਾ ਮੁੱਖ ਉਦੇਸ਼ ਕੀ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ, ਵਿਕਾਸ ਵਿੱਚ ਜਨਤਾ ਦਾ ਸਹਿਯੋਗ ਸੁਨਿਸ਼ਚਿਤ ਕਰਨਾ। ਠੀਕ ਹੈ ਜੀ, ਸਮੁਦਾਇਕ ਵਿਕਾਸ ਕਾਰਜਕ੍ਰਮ ਦਾ ਮੁੱਖ ਉਦੇਸ਼ ਵਿਕਾਸ ਵਿੱਚ ਜਨਤਾ ਦਾ ਸਹਿਯੋਗ ਸੁਨਿਸ਼ਚਿਤ ਕਰਨਾ ਸੀ। ਨੈਕਸਟ ਕੁਐਸਚਨ ਹੈ ਜੀ, ਜਿਸ ਸਮਿਤੀ ਦੀ ਸਿਫਾਰਿਸ਼ ਤੇ ਭਾਰਤ ਵਿੱਚ ਪੰਚਾਇਤੀ ਰਾਜ ਦੀ ਵਿਵਸਥਾ ਕੀਤੀ ਗਈ, ਸਥਾਪਨਾ ਕੀਤੀ ਗਈ, ਉਸ ਦਾ ਚੇਅਰਮੈਨ ਕੌਣ ਸੀ? ਤਾਂ ਜਿਹੜੀ ਸਮਿਤੀ ਦੀ ਸਿਫਾਰਿਸ਼ ਤੇ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਸੀ ਜੀ, ਉਸ ਦਾ ਚੇਅਰਮੈਨ ਕੌਣ ਸੀ? ਤਾਂ ਇਹ ਆਪਸ਼ਨ ਹੈ ਜੀ ਅਸ਼ੋਕ ਮਹਿਤਾ, ਬੀ ਆਪਸ਼ਨ ਹੈ ਬਲਵੰਤ ਰਾਏ ਮਹਿਤਾ, ਸੀ ਆਪਸ਼ਨ ਹੈ ਇਕਬਾਲ ਨਾਰਾਇਣ, ਡੀ ਆਪਸ਼ਨ ਹੈ ਜੀਵਰਾਜ ਮਹਿਤਾ। ਤਾਂ ਕੌਣ ਸੀ ਜੀ ਚੇਅਰਮੈਨ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਬੀ ਆਪਸ਼ਨ, ਬਲਵੰਤ ਰਾਏ ਮਹਿਤਾ। ਠੀਕ ਹੈ ਜੀ, ਜਿਸ ਸਮਿਤੀ ਦੀ ਸਿਫਾਰਿਸ਼ ਤੇ ਭਾਰਤ ਵਿੱਚ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ, ਉਸ ਦਾ ਚੇਅਰਮੈਨ ਬਲਵੰਤ ਰਾਏ ਮਹਿਤਾ ਸੀ। ਨੈਕਸਟ ਕੁਐਸਚਨ ਹੈ ਜੀ, ਪੰਚਾਇਤ ਸਮਿਤੀ ਦਾ ਮੁੱਖ ਕਾਰਜਪਾਲਕ ਨਿਮਨਲਿਖਤ ਵਿੱਚੋਂ ਕੌਣ ਹੁੰਦਾ ਹੈ? ਤਾਂ ਪੰਚਾਇਤ ਸਮਿਤੀ ਦਾ ਮੁੱਖ ਕਾਰਜਪਾਲਕ ਕੌਣ ਹੁੰਦਾ ਹੈ ਜੀ? ਤਾਂ ਏ ਆਪਸ਼ਨ ਹੈ ਪ੍ਰਧਾਨ, ਬੀ ਆਪਸ਼ਨ ਹੈ ਸਰਪੰਚ, ਸੀ ਆਪਸ਼ਨ ਹੈ ਜ਼ਿਲ੍ਹਾ ਪ੍ਰਮੁੱਖ, ਡੀ ਆਪਸ਼ਨ ਹੈ ਖੰਡ ਵਿਕਾਸ ਪਦ ਅਧਿਕਾਰੀ। ਤਾਂ ਕੌਣ ਹੁੰਦਾ ਹੈ ਜੀ ਪੰਚਾਇਤ ਸਮਿਤੀ ਦਾ ਮੁੱਖ ਕਾਰਜਪਾਲਕ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ, ਖੰਡ ਵਿਕਾਸ ਪਦ ਅਧਿਕਾਰੀ। ਪੰਚਾਇਤ ਸਮਿਤੀ ਦਾ ਮੁੱਖ ਕਾਰਜਪਾਲਕ ਖੰਡ ਵਿਕਾਸ ਪਦ ਅਧਿਕਾਰੀ ਹੁੰਦਾ ਹੈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਦਾ ਪ੍ਰਧਾਨ ਟੀਚਾ ਨਿਮਨਲਿਖਤ ਵਿੱਚੋਂ ਕੀ ਹੁੰਦਾ ਹੈ? ਤਾਂ ਪੰਚਾਇਤੀ ਰਾਜ ਦਾ ਮੇਨ ਟੀਚਾ ਜਿਹੜਾ ਹੈ ਜੀ, ਪ੍ਰਧਾਨ ਟੀਚਾ ਨਿਮਨਲਿਖਤ ਵਿੱਚੋਂ ਕੀ ਹੁੰਦਾ ਹੈ? ਤਾਂ ਇਹ ਆਪਸ਼ਨ ਹੈ ਜੀ ਗ੍ਰਾਮ ਵਾਸੀਆਂ ਵਿੱਚ ਮੁਕਾਬਲਾ ਕਰਾਉਣਾ ਜਾਂ ਵਧਾਉਣਾ, ਬੀ ਆਪਸ਼ਨ ਹੈ ਚੋਣਾਂ ਵਿੱਚ ਲੜਨ ਲਈ ਗ੍ਰਾਮ ਵਾਸੀਆਂ ਨੂੰ ਟ੍ਰੇਨਿੰਗ ਦੇਣਾ, ਸੀ ਆਪਸ਼ਨ ਹੈ ਗ੍ਰਾਮ ਵਾਸੀਆਂ ਵਿੱਚ ਸ਼ਕਤੀ ਦਾ ਵਿਕੇਂਦਰੀਕਰਨ ਕਰਨਾ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪੰਚਾਇਤੀ ਰਾਜ ਦਾ ਪ੍ਰਧਾਨ ਟੀਚਾ ਕੀ ਹੁੰਦਾ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ, ਗ੍ਰਾਮ ਵਾਸੀਆਂ ਵਿੱਚ ਸ਼ਕਤੀ ਦਾ ਵਿਕੇਂਦਰੀਕਰਨ ਕਰਨਾ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ,
ਬਲਵੰਤ ਰਾਏ ਮਹਿਤਾ ਸਮਿਤੀ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਕਿੰਨੇ ਪੱਧਰ ਤੇ ਕਰਨ ਦਾ ਸੁਝਾਅ ਦਿੱਤਾ ਗਿਆ? ਤਾਂ ਬਲਵੰਤ ਰਾਏ ਮਹਿਤਾ ਸਮਿਤੀ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ ਕਿੰਨੇ ਪੱਧਰ ਤੇ ਕਰਨ ਦਾ ਸੁਝਾਅ ਦਿੱਤਾ ਗਿਆ ਸੀ? ਤਾਂ ਇਸ ਦਾ ਏ ਆਪਸ਼ਨ ਹੈ ਜੀ 2, ਬੀ ਆਪਸ਼ਨ ਹੈ 1, ਸੀ ਆਪਸ਼ਨ ਹੈ 3, ਡੀ ਆਪਸ਼ਨ ਹੈ 4। ਤਾਂ ਕਿੰਨੇ ਪੱਧਰ ਤੇ ਕਰਨ ਦਾ ਸੁਝਾਅ ਦਿੱਤਾ ਗਿਆ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ 3। ਠੀਕ ਹੈ ਜੀ, ਬਲਵੰਤ ਰਾਏ ਮਹਿਤਾ ਸਮਿਤੀ ਵਿੱਚ ਪੰਚਾਇਤੀ ਰਾਜ ਸੰਸਥਾਵਾਂ ਨੂੰ 3 ਪੱਧਰ ਤੇ ਕਰਨ ਦਾ ਸੁਝਾਅ ਦਿੱਤਾ ਗਿਆ। ਨੈਕਸਟ ਕੁਐਸਚਨ ਹੈ ਜੀ, ਬਲਵੰਤ ਰਾਏ ਮਹਿਤਾ ਸਮਿਤੀ ਨੇ ਨਿਮਨਲਿਖਤ ਵਿੱਚੋਂ ਕਿਸ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਦਾ ਸੁਝਾਅ ਦਿੱਤਾ? ਤਾਂ ਬਲਵੰਤ ਰਾਏ ਮਹਿਤਾ ਸਮਿਤੀ ਨੇ ਕਿਸ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਦਾ ਸੁਝਾਅ ਦਿੱਤਾ ਸੀ ਜੀ? ਤਾਂ ਏ ਆਪਸ਼ਨ ਹੈ ਗ੍ਰਾਮ ਸਭਾ, ਬੀ ਆਪਸ਼ਨ ਹੈ ਗ੍ਰਾਮ ਪੰਚਾਇਤ, ਸੀ ਆਪਸ਼ਨ ਹੈ ਪੰਚਾਇਤ ਸਮਿਤੀ, ਡੀ ਆਪਸ਼ਨ ਹੈ ਜ਼ਿਲ੍ਹਾ ਪਰਿਸ਼ਦ। ਤਾਂ ਕਿਸ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਦਾ ਸੁਝਾਅ ਦਿੱਤਾ ਸੀ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ ਸੀ ਆਪਸ਼ਨ, ਪੰਚਾਇਤ ਸਮਿਤੀ ਨੂੰ। ਠੀਕ ਹੈ ਜੀ, ਬਲਵੰਤ ਰਾਏ ਮਹਿਤਾ ਸਮਿਤੀ ਨੇ ਪੰਚਾਇਤ ਸਮਿਤੀ ਨੂੰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਦਾ ਸੁਝਾਅ ਦਿੱਤਾ ਸੀ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਸੰਸਥਾਵਾਂ ਆਪਣੀ ਨਿਧੀ ਹੈਤੂ ਨਿਮਨਲਿਖਤ ਵਿੱਚੋਂ ਕਿਸ ਤੇ ਨਿਰਭਰ ਹਨ? ਤਾਂ ਪੰਚਾਇਤੀ ਰਾਜ ਸੰਸਥਾਵਾਂ ਆਪਣੀ ਨਿਧੀ ਹੈਤੂ ਕਿਸ ਤੇ ਨਿਰਭਰ ਹਨ ਜੀ? ਤਾਂ ਏ ਆਪਸ਼ਨ ਹੈ ਸੰਪत्ति ਤੇ, ਬੀ ਆਪਸ਼ਨ ਹੈ ਸਰਕਾਰੀ ਅਨੁਦਾਨ ਤੇ, ਸੀ ਆਪਸ਼ਨ ਹੈ ਸਥਾਨਕ ਕਰ ਤੇ, ਡੀ ਆਪਸ਼ਨ ਹੈ ਵਿਸ਼ੇਸ਼ ਕਰ ਤੇ। ਤਾਂ ਕਿਸ ਤੇ ਨਿਰਭਰ ਹਨ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਬੀ ਆਪਸ਼ਨ, ਸਰਕਾਰੀ ਅਨੁਦਾਨ ਤੇ। ਠੀਕ ਹੈ ਜੀ, ਪੰਚਾਇਤੀ ਰਾਜ ਸੰਸਥਾਵਾਂ ਆਪਣੀ ਨਿਧੀ ਹੈਤੂ ਸਰਕਾਰੀ ਅਨੁਦਾਨ ਤੇ ਨਿਰਭਰ ਹਨ। ਨੈਕਸਟ ਕੁਐਸਚਨ ਹੈ ਜੀ, ਪੰਚਾਇਤ ਸਮਿਤੀ ਦਾ ਗਠਨ ਨਿਮਨਲਿਖਤ ਵਿੱਚੋਂ ਕਿਹੜੇ ਪੱਧਰ ਤੇ ਹੁੰਦਾ ਹੈ? ਤਾਂ ਪੰਚਾਇਤ ਸਮਿਤੀ ਦਾ ਗਠਨ ਕਿਹੜੇ ਪੱਧਰ ਤੇ ਹੁੰਦਾ ਹੈ ਜੀ? ਤਾਂ ਏ ਆਪਸ਼ਨ ਹੈ ਗ੍ਰਾਮ ਪੱਧਰ ਤੇ, ਬੀ ਆਪਸ਼ਨ ਹੈ ਪ੍ਰਖੰਡ ਪੱਧਰ ਤੇ, ਸੀ ਆਪਸ਼ਨ ਹੈ ਅਨੁਮੰਡਲ ਪੱਧਰ ਤੇ, ਡੀ ਆਪਸ਼ਨ ਹੈ ਜ਼ਿਲ੍ਹਾ ਪੱਧਰ ਤੇ। ਤਾਂ ਪੰਚਾਇਤ ਸਮਿਤੀ ਦਾ ਗਠਨ ਕਿਹੜੇ ਪੱਧਰ ਤੇ ਹੁੰਦਾ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ ਬੀ ਆਪਸ਼ਨ, ਪ੍ਰਖੰਡ ਪੱਧਰ ਤੇ। ਠੀਕ ਹੈ ਜੀ, ਪੰਚਾਇਤ ਸਮਿਤੀ ਦਾ ਗਠਨ ਪ੍ਰਖੰਡ ਪੱਧਰ ਤੇ ਹੁੰਦਾ ਹੈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਸੰਸਥਾ ਦਾ ਜ਼ਿਆਦਾ ਆਮਦਨ ਦਾ ਸਰੋਤ ਨਿਮਨਲਿਖਤ ਵਿੱਚੋਂ ਕੀ ਹੈ? ਤਾਂ ਪੰਚਾਇਤੀ ਰਾਜ ਸੰਸਥਾ ਦਾ ਜ਼ਿਆਦਾ ਆਮਦਨ ਦਾ ਸਰੋਤ ਕਿਹੜਾ ਹੈ ਜੀ? ਤਾਂ ਏ ਆਪਸ਼ਨ ਹੈ ਸਥਾਨਕ ਕਰ, ਬੀ ਆਪਸ਼ਨ ਹੈ ਖੇਤਰੀ ਨਿਧੀ, ਸੀ ਆਪਸ਼ਨ ਹੈ ਸਰਕਾਰੀ ਅਨੁਦਾਨ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪੰਚਾਇਤੀ ਰਾਜ ਸੰਸਥਾ ਦਾ ਜ਼ਿਆਦਾ ਆਮਦਨ ਦਾ ਸਰੋਤ ਕਿਹੜਾ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ, ਸਰਕਾਰੀ ਅਨੁਦਾਨ। ਠੀਕ ਹੈ ਜੀ, ਪੰਚਾਇਤੀ ਰਾਜ ਸੰਸਥਾ ਦਾ ਜ਼ਿਆਦਾ ਆਮਦਨ ਦਾ ਸਰੋਤ ਸਰਕਾਰੀ ਅਨੁਦਾਨ ਹੁੰਦਾ ਹੈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਨੂੰ ਕਿਸ ਦੇ ਅੰਤਰਗਤ ਸਵੈ ਸ਼ਾਸਨ ਦੀ ਇਕਾਈ ਦੇ ਰੂਪ ਵਿੱਚ ਸੰਗਠਿਤ ਕੀਤਾ ਗਿਆ ਸੀ? ਤਾਂ ਪੰਚਾਇਤੀ ਰਾਜ ਨੂੰ ਕਿਸ ਦੇ ਅੰਤਰਗਤ ਸਵੈ ਸ਼ਾਸਨ ਦੀ ਇਕਾਈ ਦੇ ਰੂਪ ਵਿੱਚ ਸੰਗਠਿਤ ਕੀਤਾ ਗਿਆ ਸੀ ਜੀ? ਤਾਂ ਏ ਆਪਸ਼ਨ ਹੈ ਭਾਰਤੀ ਸੰਵਿਧਾਨ ਦੇ ਮੂਲ ਅਧਿਕਾਰਾਂ, ਬੀ ਆਪਸ਼ਨ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ, ਸੀ ਆਪਸ਼ਨ ਹੈ ਰਾਜ ਦੇ ਨੀਤੀ ਨਿਰਦੇਸ਼ਕ ਤੱਤ, ਡੀ ਆਪਸ਼ਨ ਹੈ ਭਾਰਤੀ ਸੰਵਿਧਾਨ ਦਾ 73ਵਾਂ ਸੰਸ਼ੋਧਨ। ਤਾਂ ਕਿਸ ਦੇ ਅੰਤਰਗਤ ਸਵੈ ਸ਼ਾਸਨ ਦੀ ਇਕਾਈ ਦੇ ਰੂਪ ਵਿੱਚ ਸੰਗਠਿਤ ਕੀਤਾ ਗਿਆ ਸੀ ਜੀ ਪੰਚਾਇਤੀ ਰਾਜ ਨੂੰ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ ਸੀ ਆਪਸ਼ਨ, ਰਾਜ ਦੇ ਨੀਤੀ ਨਿਰਦੇਸ਼ਕ ਤੱਤ। ਠੀਕ ਹੈ ਜੀ, ਪੰਚਾਇਤੀ ਰਾਜ ਨੂੰ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਦੇ ਅੰਤਰਗਤ ਸਵੈ ਸ਼ਾਸਨ ਦੀ ਇਕਾਈ ਦੇ ਰੂਪ ਵਿੱਚ ਸੰਗਠਿਤ ਕੀਤਾ ਗਿਆ ਸੀ। ਨੈਕਸਟ ਕੁਐਸਚਨ ਹੈ ਜੀ, 73ਵਾਂ ਸੰਵਿਧਾਨ ਸੰਸ਼ੋਧਨ ਦਾ ਸੰਬੰਧ ਨਿਮਨਲਿਖਤ ਵਿੱਚੋਂ ਕਿਸ ਨਾਲ ਹੈ? ਤਾਂ 73ਵਾਂ ਸੰਵਿਧਾਨ ਸੰਸ਼ੋਧਨ ਹੈ ਜੀ, ਉਸ ਦਾ ਸੰਬੰਧ ਜਿਹੜਾ ਹੈ ਜੀ ਕਿਸ ਨਾਲ ਹੈ? ਤਾਂ ਏ ਆਪਸ਼ਨ ਹੈ ਜੀ ਨਗਰਪਾਲਿਕਾ ਨਿਗਮ ਨਾਲ, ਬੀ ਆਪਸ਼ਨ ਹੈ ਮਕਾਨ ਕਿਰਾਏ ਦੇ ਅਧਿਨਿਯਮ ਨਾਲ, ਸੀ ਆਪਸ਼ਨ ਹੈ ਪੰਚਾਇਤੀ ਰਾਜ ਅਧਿਨਿਯਮ ਨਾਲ, ਡੀ ਆਪਸ਼ਨ ਹੈ ਸੰਸਦਾਂ ਦੇ ਵੇਤਨ ਅਤੇ ਮਹਿੰਗਾਈ ਭੱਤੇ ਦੇ ਵਾਧੇ ਨਾਲ। ਤਾਂ 73ਵਾਂ ਸੰਵਿਧਾਨ ਸੰਸ਼ੋਧਨ ਕਿਸ ਨਾਲ ਸੰਬੰਧਿਤ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ ਸੀ ਆਪਸ਼ਨ,
ਪੰਚਾਇਤੀ ਰਾਜ ਅਧਿਨਿਯਮ ਨਾਲ। ਠੀਕ ਹੈ ਜੀ, 73ਵਾਂ ਸੰਵਿਧਾਨ ਸੰਸ਼ੋਧਨ ਪੰਚਾਇਤੀ ਰਾਜ ਅਧਿਨਿਯਮ ਨਾਲ ਹੈ। ਠੀਕ ਹੈ ਜੀ, ਉਸ ਦਾ ਸੰਬੰਧ ਪੰਚਾਇਤੀ ਰਾਜ ਅਧਿਨਿਯਮ ਨਾਲ ਹੈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਦੀ ਆਧਾਰਸ਼ਿਲਾ ਨਿਮਨਲਿਖਤ ਵਿੱਚੋਂ ਕੀ ਹੈ? ਤਾਂ ਪੰਚਾਇਤੀ ਰਾਜ ਦੀ ਆਧਾਰਸ਼ਿਲਾ ਕੀ ਹੈ ਜੀ ਇਹਨਾਂ ਵਿੱਚੋਂ? ਤਾਂ ਏ ਆਪਸ਼ਨ ਹੈ ਗ੍ਰਾਮ ਸਭਾ, ਬੀ ਆਪਸ਼ਨ ਹੈ ਗ੍ਰਾਮ ਪੰਚਾਇਤ, ਸੀ ਆਪਸ਼ਨ ਹੈ ਪੰਚਾਇਤ ਸਮਿਤੀ, ਡੀ ਆਪਸ਼ਨ ਹੈ ਜ਼ਿਲ੍ਹਾ ਪਰਿਸ਼ਦ। ਤਾਂ ਪੰਚਾਇਤੀ ਰਾਜ ਦੀ ਆਧਾਰਸ਼ਿਲਾ ਕੀ ਹੈ ਜੀ ਇਹਨਾਂ ਵਿੱਚੋਂ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ ਏ ਆਪਸ਼ਨ ਗ੍ਰਾਮ ਸਭਾ। ਠੀਕ ਹੈ ਜੀ, ਪੰਚਾਇਤੀ ਰਾਜ ਦੀ ਆਧਾਰਸ਼ਿਲਾ ਗ੍ਰਾਮ ਸਭਾ ਹੁੰਦੀ ਹੈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤਾਂ ਦੁਆਰਾ ਨਿਮਨਲਿਖਤ ਵਿੱਚੋਂ ਕਿਹੜਾ ਕਰ ਵਸੂਲਿਆ ਜਾਂਦਾ ਹੈ? ਤਾਂ ਪੰਚਾਇਤਾਂ ਦੁਆਰਾ ਕਿਹੜਾ ਕਰ ਵਸੂਲਿਆ ਜਾਂਦਾ ਹੈ ਜੀ? ਤਾਂ ਏ ਆਪਸ਼ਨ ਹੈ ਸਥਾਨਕ ਮੇਲਿਆਂ ਉੱਤੇ ਕਰ, ਬੀ ਆਪਸ਼ਨ ਹੈ ਵਿਕਰੀ ਕਰ, ਸੀ ਆਪਸ਼ਨ ਹੈ ਸੀਮਾ ਕਰ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪੰਚਾਇਤਾਂ ਦੁਆਰਾ ਕਿਹੜਾ ਕਰ ਵਸੂਲਿਆ ਜਾਂਦਾ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਏ ਆਪਸ਼ਨ ਸਥਾਨਕ ਮੇਲਿਆਂ ਉੱਤੇ ਕਰ। ਠੀਕ ਹੈ ਜੀ, ਪੰਚਾਇਤਾਂ ਦੁਆਰਾ ਸਥਾਨਕ ਮੇਲਿਆਂ ਉੱਤੇ ਜਿਹੜਾ ਕਰ ਲਗਾਇਆ ਜਾਂਦਾ ਜੀ ਵਸੂਲਿਆ ਜਾਂਦਾ ਹੈ। ਨੈਕਸਟ ਕੁਐਸਚਨ ਹੈ ਜੀ, ਗ੍ਰਾਮ ਪੰਚਾਇਤ ਦੀ ਚੋਣ ਕਰਾਉਣਾ ਨਿਮਨਲਿਖਤ ਵਿੱਚੋਂ ਕਿਸ ਤੇ ਨਿਰਭਰ ਕਰਦਾ ਹੈ? ਤਾਂ ਗ੍ਰਾਮ ਪੰਚਾਇਤ ਦੀ ਚੋਣ ਕਰਾਉਣਾ ਕਿਸ ਤੇ ਨਿਰਭਰ ਕਰਦਾ ਹੈ ਜੀ? ਤਾਂ ਏ ਆਪਸ਼ਨ ਹੈ ਕਲੈਕਟਰ, ਬੀ ਆਪਸ਼ਨ ਹੈ ਚੋਣ ਆਯੋਗ, ਸੀ ਆਪਸ਼ਨ ਹੈ ਕੇਂਦਰ ਸਰਕਾਰ, ਡੀ ਆਪਸ਼ਨ ਹੈ ਰਾਜ ਸਰਕਾਰ। ਤਾਂ ਗ੍ਰਾਮ ਪੰਚਾਇਤ ਦੀ ਚੋਣ ਕਰਾਉਣਾ ਕਿਸ ਦੇ ਉੱਤੇ ਨਿਰਭਰ ਕਰਦਾ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਡੀ ਆਪਸ਼ਨ ਰਾਜ ਸਰਕਾਰ। ਠੀਕ ਹੈ ਜੀ, ਗ੍ਰਾਮ ਪੰਚਾਇਤ ਦੀ ਚੋਣ ਕਰਾਉਣਾ ਰਾਜ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਸੰਸਥਾਵਾਂ ਦੇ ਨਿਮਨ ਯਾਨੀ ਲੋਹ ਪੱਧਰ ਤੇ ਨਿਮਨਲਿਖਤ ਵਿੱਚੋਂ ਕੀ ਹੈ? ਤਾਂ ਪੰਚਾਇਤੀ ਰਾਜ ਸੰਸਥਾਵਾਂ ਦੇ ਨਿਮਨ ਪੱਧਰ ਤੇ ਕੀ ਹੁੰਦਾ ਹੈ ਜੀ? ਤਾਂ ਏ ਆਪਸ਼ਨ ਹੈ ਗ੍ਰਾਮ ਪੰਚਾਇਤ, ਬੀ ਆਪਸ਼ਨ ਹੈ ਪੰਚਾਇਤ ਸਮਿਤੀ, ਸੀ ਆਪਸ਼ਨ ਹੈ ਜ਼ਿਲ੍ਹਾ ਪਰਿਸ਼ਦ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪੰਚਾਇਤੀ ਰਾਜ ਸੰਸਥਾਵਾਂ ਦੇ ਨਿਮਨ ਪੱਧਰ ਤੇ ਕੌਣ ਹੁੰਦਾ ਜੀ, ਕੀ ਹੁੰਦਾ ਹੈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਏ ਆਪਸ਼ਨ ਗ੍ਰਾਮ ਪੰਚਾਇਤ। ਠੀਕ ਹੈ ਜੀ, ਪੰਚਾਇਤੀ ਰਾਜ ਸੰਸਥਾਵਾਂ ਦੇ ਨਿਮਨ ਯਾਨੀ ਨੀਚੇ ਦੇ ਪੱਧਰ ਤੇ ਗ੍ਰਾਮ ਪੰਚਾਇਤ ਹੁੰਦੀ ਹੈ। ਨੈਕਸਟ ਕੁਐਸਚਨ ਹੈ ਜੀ, ਪੰਚਾਇਤੀ ਰਾਜ ਦੀ ਮੁੱਖ ਉਪਲਬਧੀ ਨਿਮਨਲਿਖਤ ਵਿੱਚੋਂ ਕੀ ਹੈ? ਤਾਂ ਪੰਚਾਇਤੀ ਰਾਜ ਦੀ ਮੁੱਖ ਉਪਲਬਧੀ ਕੀ ਹੈ ਜੀ ਇਹਨਾਂ ਵਿੱਚੋਂ? ਤਾਂ ਏ ਆਪਸ਼ਨ ਹੈ ਰਾਜਨੀਤਿਕ ਚੇਤਨਾ ਦਾ ਵਿਕਾਸ, ਬੀ ਆਪਸ਼ਨ ਹੈ ਗ੍ਰਾਮੀਣ ਵਿਕਾਸ, ਸੀ ਆਪਸ਼ਨ ਹੈ ਗ੍ਰਾਮੀਣ ਏਕਤਾ ਦਾ ਨਿਰਮਾਣ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਪੰਚਾਇਤੀ ਰਾਜ ਦੀ ਮੁੱਖ ਉਪਲਬਧੀ ਦੱਸਣੀ ਹੈ ਤਾਂ ਕੀ ਹੈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਏ ਆਪਸ਼ਨ ਰਾਜਨੀਤਿਕ ਚੇਤਨਾ ਦਾ ਵਿਕਾਸ। ਰਾਜਨੀਤਿਕ ਚੇਤਨਾ ਦਾ ਵਿਕਾਸ ਪੰਚਾਇਤੀ ਰਾਜ ਦੀ ਮੁੱਖ ਉਪਲਬਧੀ ਹੈ। ਨੈਕਸਟ ਕੁਐਸਚਨ ਹੈ ਜੀ, ਦੇਸ਼ ਵਿੱਚ 3 ਪੱਧਰੀ ਪੰਚਾਇਤੀ ਰਾਜ ਵਿਵਸਥਾ ਨੂੰ ਕਿਹੜੇ ਰਾਜਾਂ ਵਿੱਚ ਸਭ ਤੋਂ ਪਹਿਲਾਂ ਅਪਣਾਇਆ ਗਿਆ? ਤਾਂ ਦੇਸ਼ ਵਿੱਚ 3 ਪੱਧਰੀ ਪੰਚਾਇਤੀ ਰਾਜ ਵਿਵਸਥਾ ਜਿਹੜੀ ਹੈ ਜੀ ਉਹਨਾਂ ਨੂੰ ਕਿਹੜੇ ਰਾਜਾਂ ਵਿੱਚ ਸਭ ਤੋਂ ਪਹਿਲਾਂ ਅਪਣਾਇਆ ਗਿਆ? ਤਾਂ ਏ ਆਪਸ਼ਨ ਹੈ ਜੀ ਪੱਛਮੀ ਬੰਗਾਲ ਅਤੇ ਕਰਨਾਟਕ, ਬੀ ਆਪਸ਼ਨ ਹੈ ਗੁਜਰਾਤ ਅਤੇ ਰਾਜਸਥਾਨ, ਸੀ ਆਪਸ਼ਨ ਹੈ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼, ਡੀ ਆਪਸ਼ਨ ਹੈ ਰਾਜਸਥਾਨ ਅਤੇ ਆਂਧਰਾ ਪ੍ਰਦੇਸ਼। ਤਾਂ ਕਿੱਥੇ ਅਪਣਾਇਆ ਗਿਆ ਸੀ, ਕਿਹੜੇ ਰਾਜਾਂ ਵਿੱਚ ਸਭ ਤੋਂ ਪਹਿਲਾਂ ਅਪਣਾਇਆ ਗਿਆ 3 ਪੱਧਰੀ ਪੰਚਾਇਤੀ ਰਾਜ ਵਿਵਸਥਾ ਨੂੰ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ ਡੀ ਆਪਸ਼ਨ ਰਾਜਸਥਾਨ ਅਤੇ ਆਂਧਰਾ ਪ੍ਰਦੇਸ਼। ਠੀਕ ਹੈ ਜੀ, ਦੇਸ਼ ਵਿੱਚ 3 ਪੱਧਰੀ ਪੰਚਾਇਤੀ ਰਾਜ ਵਿਵਸਥਾ ਨੂੰ ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਵਿੱਚ ਸਭ ਤੋਂ ਪਹਿਲਾਂ ਅਪਣਾਇਆ ਗਿਆ। ਨੈਕਸਟ ਕੁਐਸਚਨ ਹੈ ਜੀ, ਭਾਰਤ ਵਿੱਚ ਕਿਸ ਦੇ ਅੰਤਰਗਤ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ? ਤਾਂ ਭਾਰਤ ਵਿੱਚ ਕਿਸ ਦੇ ਅੰਤਰਗਤ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ ਜੀ? ਤਾਂ ਏ ਆਪਸ਼ਨ ਹੈ ਮੌਲਿਕ ਅਧਿਕਾਰ, ਬੀ ਆਪਸ਼ਨ ਹੈ ਮੌਲਿਕ ਕਰਤੱਵ, ਸੀ ਆਪਸ਼ਨ ਹੈ ਨੀਤੀ ਨਿਰਦੇਸ਼ਕ ਸਿਧਾਂਤ, ਡੀ ਆਪਸ਼ਨ ਹੈ ਚੋਣ ਆਯੋਗ ਅਧਿਨਿਯਮ। ਤਾਂ ਭਾਰਤ ਵਿੱਚ ਕਿਸ ਦੇ ਅੰਤਰਗਤ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਸੀ ਆਪਸ਼ਨ
ਨੀਤੀ ਨਿਰਦੇਸ਼ਕ ਸਿਧਾਂਤ। ਠੀਕ ਹੈ ਜੀ, ਭਾਰਤ ਵਿੱਚ ਨੀਤੀ ਨਿਰਦੇਸ਼ਕ ਸਿਧਾਂਤ ਦੇ ਅੰਤਰਗਤ ਪੰਚਾਇਤੀ ਰਾਜ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਨੈਕਸਟ ਕੁਐਸਚਨ ਹੈ ਜੀ, ਰਾਜਸਥਾਨ ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਕਦੋਂ ਕੀਤੀ ਗਈ? ਤਾਂ ਰਾਜਸਥਾਨ ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਕਦੋਂ ਕੀਤੀ ਗਈ ਸੀ ਜੀ? ਤਾਂ A ਆਪਸ਼ਨ ਹੈ 1956 ਵਿੱਚ, B ਆਪਸ਼ਨ 1957 ਵਿੱਚ, C ਆਪਸ਼ਨ ਹੈ 1958 ਵਿੱਚ, D ਆਪਸ਼ਨ ਹੈ 1959 ਵਿੱਚ। ਤਾਂ ਰਾਜਸਥਾਨ ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ ਕਦੋਂ ਕੀਤੀ ਗਈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ D ਆਪਸ਼ਨ 1959 ਵਿੱਚ। ਠੀਕ ਹੈ ਜੀ, ਰਾਜਸਥਾਨ ਵਿੱਚ ਪੰਚਾਇਤੀ ਰਾਜ ਦੀ ਸ਼ੁਰੂਆਤ 1959 ਵਿੱਚ ਕੀਤੀ ਗਈ। ਨੈਕਸਟ ਕੁਐਸਚਨ ਹੈ ਜੀ, ਕਿਹੜੇ ਸੰਵਿਧਾਨ ਸੰਸ਼ੋਧਨ ਦੁਆਰਾ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਹੈ? ਤਾਂ ਕਿਹੜੇ ਸੰਵਿਧਾਨ ਸੰਸ਼ੋਧਨ ਦੁਆਰਾ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਹੈ ਜੀ? ਤਾਂ A ਆਪਸ਼ਨ ਹੈ 71ਵਾਂ, B ਆਪਸ਼ਨ ਹੈ 72ਵਾਂ, C ਆਪਸ਼ਨ ਹੈ 73ਵਾਂ, D ਆਪਸ਼ਨ ਹੈ 74ਵਾਂ। ਤਾਂ ਕਿਹੜਾ ਸੰਵਿਧਾਨ ਸੰਸ਼ੋਧਨ ਹੈ ਜੀ ਜਿਸ ਦੇ ਦੁਆਰਾ ਪੰਚਾਇਤ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਹੈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ C ਆਪਸ਼ਨ 73ਵਾਂ। ਠੀਕ ਹੈ ਜੀ, 73ਵਾਂ ਸੰਵਿਧਾਨ ਸੰਸ਼ੋਧਨ ਦੁਆਰਾ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਿਕ ਦਰਜਾ ਦਿੱਤਾ ਗਿਆ ਹੈ। ਨੈਕਸਟ ਕੁਐਸਚਨ ਹੈ ਜੀ, ਤਿਹੱਤਰਵੇਂ ਸੰਵਿਧਾਨ ਸੰਸ਼ੋਧਨ ਦੇ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਕਿੰਨੀਆਂ ਸੀਟਾਂ ਮਹਿਲਾਵਾਂ ਲਈ ਰਿਜ਼ਰਵ ਕੀਤੀਆਂ ਗਈਆਂ ਹਨ? ਤਾਂ 73ਵੇਂ ਸੰਵਿਧਾਨ ਸੰਸ਼ੋਧਨ ਦੇ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਕਿੰਨੀਆਂ ਸੀਟਾਂ ਨੇ ਜੀ ਜਿਹੜੀਆਂ ਮਹਿਲਾਵਾਂ ਲਈ ਰਿਜ਼ਰਵ ਕੀਤੀਆਂ ਗਈਆਂ ਹਨ? ਤਾਂ A ਆਪਸ਼ਨ ਹੈ ਜੀ 1/3, B ਆਪਸ਼ਨ ਹੈ 2/3, C ਆਪਸ਼ਨ ਹੈ 3/4, D ਆਪਸ਼ਨ ਹੈ ਅੱਧੀ ਸੀਟਾਂ। ਤਾਂ ਕਿੰਨੀਆਂ ਸੀਟਾਂ ਮਹਿਲਾਵਾਂ ਲਈ ਰਿਜ਼ਰਵ ਨੇ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਜੀ A ਆਪਸ਼ਨ 1/3। 73ਵੇਂ ਸੰਵਿਧਾਨ ਸੰਸ਼ੋਧਨ ਦੇ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਵਿੱਚ 1/3 ਸੀਟਾਂ ਜਿਹੜੀਆਂ ਨੇ ਜੀ ਉਹ ਮਹਿਲਾਵਾਂ ਲਈ ਰਿਜ਼ਰਵ ਕੀਤੀਆਂ ਗਈਆਂ ਹਨ। ਨੈਕਸਟ ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦੇ ਨਿਮਨਲਿਖਤ ਵਿੱਚੋਂ ਕਿਸ ਭਾਗ ਵਿੱਚ ਨਗਰਪਾਲਿਕਾਵਾਂ ਨਾਲ ਸੰਬੰਧਿਤ ਪ੍ਰਾਵਧਾਨ ਹੈ? ਤਾਂ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨਗਰਪਾਲਿਕਾਵਾਂ ਨਾਲ ਸੰਬੰਧਿਤ ਪ੍ਰਾਵਧਾਨ ਹੈ ਜੀ? ਤਾਂ A ਆਪਸ਼ਨ ਹੈ ਭਾਗ 4 A, B ਆਪਸ਼ਨ ਹੈ ਭਾਗ 9 A, C ਆਪਸ਼ਨ ਹੈ ਭਾਗ 14 A, D ਆਪਸ਼ਨ ਹੈ ਭਾਗ 22। ਤਾਂ ਕਿਹੜੇ ਭਾਗ ਵਿੱਚ ਨਗਰਪਾਲਿਕਾਵਾਂ ਨਾਲ ਸੰਬੰਧਿਤ ਪ੍ਰਾਵਧਾਨ ਹੈ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ B ਆਪਸ਼ਨ ਭਾਗ 9 A। ਠੀਕ ਹੈ ਜੀ, ਨੈਕਸਟ ਕੁਐਸਚਨ ਹੈ, ਪੰਚਾਇਤੀ ਰਾਜ ਪ੍ਰਣਾਲੀ ਨਿਮਨਲਿਖਤ ਵਿੱਚੋਂ ਕਿੱਥੇ ਨਹੀਂ ਹੈ? ਤਾਂ ਜਿਹੜੀ ਪੰਚਾਇਤੀ ਰਾਜ ਪ੍ਰਣਾਲੀ ਹੈ ਜੀ ਉਹ ਕਿੱਥੇ ਨਹੀਂ ਹੈ ਇਹਨਾਂ ਵਿੱਚੋਂ? ਤਾਂ A ਆਪਸ਼ਨ ਹੈ ਜੀ ਮਣੀਪੁਰ, B ਆਪਸ਼ਨ ਹੈ ਉੜੀਸਾ, C ਆਪਸ਼ਨ ਹੈ ਰਾਜਸਥਾਨ, D ਆਪਸ਼ਨ ਹੈ ਆਂਧਰਾ ਪ੍ਰਦੇਸ਼। ਤਾਂ ਕਿੱਥੇ ਨਹੀਂ ਹੈ ਜੀ ਪੰਚਾਇਤੀ ਰਾਜ ਪ੍ਰਣਾਲੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ A ਆਪਸ਼ਨ ਮਣੀਪੁਰ। ਠੀਕ ਹੈ ਜੀ, ਪੰਚਾਇਤੀ ਰਾਜ ਪ੍ਰਣਾਲੀ ਮਣੀਪੁਰ ਵਿੱਚ ਨਹੀਂ ਹੈ। ਨੈਕਸਟ ਕੁਐਸਚਨ ਹੈ ਜੀ, ਅਸ਼ੋਕ ਮਹਿਤਾ ਸਮਿਤੀ ਨਿਮਨਲਿਖਤ ਵਿੱਚੋਂ ਕਿਸ ਨਾਲ ਸੰਬੰਧਿਤ ਸੀ? ਤਾਂ ਜਿਹੜੀ ਅਸ਼ੋਕ ਮਹਿਤਾ ਸਮਿਤੀ ਸੀ ਜੀ ਇਹ ਕਿਸ ਨਾਲ ਸੰਬੰਧਿਤ ਸੀ? ਤਾਂ A ਆਪਸ਼ਨ ਹੈ ਕੇਂਦਰ ਰਾਜ ਸੰਬੰਧ, B ਆਪਸ਼ਨ ਹੈ ਆਰਥਿਕ ਸੁਧਾਰ, C ਆਪਸ਼ਨ ਹੈ ਪੰਚਾਇਤੀ ਰਾਜ, D ਆਪਸ਼ਨ ਹੈ ਬੈਂਕਿੰਗ ਪ੍ਰਣਾਲੀ ਵਿੱਚ ਸੁਧਾਰ। ਤਾਂ ਜਿਹੜੀ ਅਸ਼ੋਕ ਮਹਿਤਾ ਸਮਿਤੀ ਹੈ ਜੀ ਉਹ ਕਿਸ ਨਾਲ ਸੰਬੰਧਿਤ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ C ਆਪਸ਼ਨ ਪੰਚਾਇਤੀ ਰਾਜ ਨਾਲ। ਠੀਕ ਹੈ ਜੀ, ਅਸ਼ੋਕ ਮਹਿਤਾ ਸਮਿਤੀ ਪੰਚਾਇਤੀ ਰਾਜ ਨਾਲ ਸੰਬੰਧਿਤ ਸੀ। ਨੈਕਸਟ ਕੁਐਸਚਨ ਹੈ ਜੀ, ਪੰਚਾਇਤ ਦੀ ਚੋਣ ਕਰਾਉਣ ਹੈਤੂ ਫੈਸਲਾ ਕਿਸ ਦੇ ਦੁਆਰਾ ਲਿਆ ਜਾਂਦਾ ਹੈ? ਤਾਂ ਪੰਚਾਇਤ ਦੀ ਚੋਣ ਕਰਾਉਣੀ ਹੋਵੇ ਤਾਂ ਉਸ ਦਾ ਫੈਸਲਾ ਕਿਸ ਦੇ ਦੁਆਰਾ ਲਿਆ ਜਾਂਦਾ ਹੈ ਜੀ? ਤਾਂ A ਆਪਸ਼ਨ ਹੈ ਕੇਂਦਰ ਸਰਕਾਰ, B ਆਪਸ਼ਨ ਹੈ ਰਾਜ ਸਰਕਾਰ, C ਆਪਸ਼ਨ ਹੈ ਜ਼ਿਲ੍ਹਾ ਜੱਜ, D ਆਪਸ਼ਨ ਹੈ ਚੋਣ ਆਯੋਗ। ਤਾਂ ਪੰਚਾਇਤ ਦੀ ਚੋਣ ਕਰਾਉਣ ਹੈਤੂ ਫੈਸਲਾ ਕਿਸ ਦੇ ਦੁਆਰਾ ਲਿਆ ਜਾਂਦਾ ਹੈ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ
बी ऑप्शन राज्य सरकार द्वारा। ठीक है जी, पंचायत की चोण कराउण हेतु फैसला राज्य सरकार द्वारा लिया जाता है। नैक्सट क्वेश्चन है जी, 1957 ਵਿੱਚ ਕਿਹੜੀ ਸਮਿਤੀ ਨੇ ਭਾਰਤ ਵਿੱਚ 3 ਪੱਧਰੀ ਪੰਚਾਇਤੀ ਰਾਜ ਦੀ ਸਭ ਤੋਂ ਪਹਿਲਾਂ ਸਿਫਾਰਿਸ਼ ਕੀਤੀ ਸੀ? ਤਾਂ 1957 ਵਿੱਚ ਕਿਹੜੀ ਸਮਿਤੀ ਸੀ ਜੀ ਜਿਸ ਨੇ ਭਾਰਤ ਵਿੱਚ 3 ਪੱਧਰੀ ਪੰਚਾਇਤੀ ਰਾਜ ਦੀ ਸਭ ਤੋਂ ਪਹਿਲਾਂ ਸਿਫਾਰਿਸ਼ ਕੀਤੀ ਸੀ? ਤਾਂ ਏ ਆਪਸ਼ਨ ਹੈ ਜੀ ਅਸ਼ੋਕ ਮਹਿਤਾ ਸਮਿਤੀ, ਬੀ ਆਪਸ਼ਨ ਹੈ ਸ਼ੀਤਲਵਾੜ ਸਮਿਤੀ, ਸੀ ਆਪਸ਼ਨ ਹੈ ਬਲਵੰਤ ਰਾਏ ਮਹਿਤਾ ਸਮਿਤੀ, ਡੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਹੜੀ ਸਮਿਤੀ ਸੀ ਜੀ ਜਿਸ ਨੇ 3 ਪੱਧਰੀ ਪੰਚਾਇਤੀ ਰਾਜ ਦੀ ਸਭ ਤੋਂ ਪਹਿਲਾਂ ਸਿਫਾਰਿਸ਼ ਕੀਤੀ ਸੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਸੀ ਆਪਸ਼ਨ ਬਲਵੰਤ ਰਾਏ ਮਹਿਤਾ ਸਮਿਤੀ। ਠੀਕ ਹੈ ਜੀ, 1957 ਵਿੱਚ ਬਲਵੰਤ ਰਾਏ ਮਹਿਤਾ ਸਮਿਤੀ ਨੇ ਹੀ ਭਾਰਤ ਵਿੱਚ 3 ਪੱਧਰੀ ਪੰਚਾਇਤੀ ਰਾਜ ਦੀ ਸਭ ਤੋਂ ਪਹਿਲਾਂ ਸਿਫਾਰਿਸ਼ ਕੀਤੀ ਸੀ। ਨੈਕਸਟ ਕੁਐਸਚਨ ਹੈ, तिहत्तरवें संविधान संशोधन के अनुसार पंचायती राज संस्था का कार्यकाल कितने साल रखा गया है? तो 73वें संविधान संशोधन के अनुसार पंचायती राज संस्था का कार्यकाल रखा गया था, कितने साल रखा गया है? तो ए ऑप्शन है जी 2 साल, बी ऑप्शन है 3 साल, सी ऑप्शन है 4 साल, डी ऑप्शन है 5 साल। तो कितने साल रखा गया है जी पंचायती राज संस्था का कार्यकाल? तो इसका राइट आंसर होगा जी डी ऑप्शन 5 साल। ठीक है जी, 73वें संविधान संशोधन के अनुसार पंचायती राज संस्था का कार्यकाल 5 साल रखा गया है। नैक्सट क्वेश्चन है जी, ਭਾਰਤ ਵਿੱਚ ਪੰਚਾਇਤੀ ਰਾਜ ਅਧਿਨਿਯਮ ਨਿਮਨਲਿਖਤ ਵਿੱਚੋਂ ਕਦੋਂ ਲਾਗੂ ਹੋਇਆ? ਤਾਂ ਭਾਰਤ ਵਿੱਚ ਪੰਚਾਇਤੀ ਰਾਜ ਅਧਿਨਿਯਮ ਜਿਹੜਾ ਸੀ ਜੀ ਉਹ ਕਦੋਂ ਲਾਗੂ ਕੀਤਾ ਗਿਆ, ਕਦੋਂ ਅਪਲਾਈ ਕੀਤਾ ਗਿਆ? ਤਾਂ ਇਹ ਆਪਸ਼ਨ ਹੈ ਜੀ 24 ਅਪ੍ਰੈਲ 1993 ਵਿੱਚ, ਬੀ ਆਪਸ਼ਨ ਹੈ 24 ਅਪ੍ਰੈਲ 1994 ਵਿੱਚ, ਸੀ ਆਪਸ਼ਨ ਹੈ 24 ਮਈ 1993, ਡੀ ਆਪਸ਼ਨ ਹੈ 24 ਮਈ 1994। ਤਾਂ ਭਾਰਤ ਵਿੱਚ ਪੰਚਾਇਤੀ ਰਾਜ ਅਧਿਨਿਯਮ ਕਦੋਂ ਲਾਗੂ ਹੋਇਆ ਜੀ? ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਉਹ ਹੋਵੇਗਾ ਏ ਆਪਸ਼ਨ 24 ਅਪ੍ਰੈਲ 1993 ਵਿੱਚ। ਠੀਕ ਹੈ ਜੀ, ਭਾਰਤ ਵਿੱਚ ਪੰਚਾਇਤੀ ਰਾਜ ਅਧਿਨਿਯਮ 24 ਅਪ੍ਰੈਲ 1993 ਨੂੰ ਲਾਗੂ ਹੋਇਆ। ਠੀਕ ਹੈ ਜੀ, ਤਾਂ ਫਰੈਂਡਸ ਇਹ ਸਿਵਿਕਸ ਦੇ ਇੰਪੋਰਟੈਂਟ ਕੁਐਸਚਨ ਸੀ ਜੀ, 30 ਕੁਐਸਚਨ ਸੀ ਪੰਚਾਇਤੀ ਰਾਜ ਪ੍ਰਣਾਲੀ ਨਾਲ ਸੰਬੰਧਿਤ ਕੁਐਸਚਨ ਸੀ, ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ। ਇਹ ਜ਼ਰੂਰ ਆ ਸਕਦੇ ਨੇ SST ਤੇ ਮਾਸਟਰ ਕੈਡਰ ਐਗਜ਼ਾਮ ਦੇ ਵਿੱਚ, ਜ਼ਰੂਰ ਕਰ ਲਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਹੈ, ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਰੈਗੂਲਰ। ਠੀਕ ਹੈ ਜੀ, ਤੇ ਇਸ ਤੋਂ ਇਲਾਵਾ ਜੇਕਰ ਕੋਈ ਕੁਐਸਚਨ ਹੈ, ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਪੁੱਛੋ, ਮੈਂ ਤੁਹਾਨੂੰ ਰਿਪਲਾਈ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਜੀ। ਤੇ ਇਸ ਤੋਂ ਇਲਾਵਾ ਤੁਸੀਂ ਟੈਲੀਗ੍ਰਾਮ ਤੇ ਵੀ ਸਾਡੇ ਨਾਲ ਜੁੜ ਸਕਦੇ ਹੋ, ਅਸੀਂ ਆਨਲਾਈਨ ਤਿਆਰੀ ਕਰਵਾਉਂਦੇ ਹਾਂ ਜੀ, ਆਨਲਾਈਨ ਪ੍ਰੈਪਰੇਸ਼ਨ ਕਰ ਸਕਦੇ ਹੋ ਤੁਸੀਂ ਟੈਲੀਗ੍ਰਾਮ ਚੈਨਲ ਤੇ। ਠੀਕ ਹੈ ਜੀ, ਤੇ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਕੁਝ ਹੋਰ ਇੰਪੋਰਟੈਂਟ ਕੁਐਸਚਨਸ ਦੇ ਨਾਲ। ਉਦੋਂ ਤੱਕ ਲਈ ਥੈਂਕ ਯੂ।